कवन वडाई कह सकूं, बेअंत गुनीता कर कृपा मोहि नाम देहो। नानक दर सरिता तेरे कवन कवन गुण कह कह गावां। तू साहिब गुणी निधाना, तुमरी महिमा वरन न साकों। तू ठाकुर ऊच भगवाना, जिह्वा एक कवन गुण कहिए। बेसुमार बेअंत स्वामी, तेरु अंत न किन्ही लहिए। सतनाम श्री वाहिगुरु साहिब जी। गोंड तन गोपाल तन गुरदेव, तन अनाद होके कबल टहकेव। तन ओए संत जिन ऐसी जानी, तिनको मिलवो सारंग पाणी। आद पुरख ते होए अनाद, जपिए नाम अन्न कै साध। रहाओ जपिए नाम जपिए अन्न, अंभय कै संग नीका बन। अन्न बाहर जो नर होवै, तीन भवन में अपनी पत खोवै। छोड़ै अन्न करे पाखंड, ना सुहागन ना ओरंड। जग में भगते दूधा धारी, गुप्ती खामै बटिका सारी। अन्न बिना न होए सुकाल, तजिए अन्न न मिले गोपाल। कहो कबीर हम ऐसे जानिया, तन अनाद ठाकुर मन मानिया। कहो कबीर हम ऐसे जानिया, तन अनाद ठाकुर मन मानिया। वाहिगुरु जी का खालसा, वाहिगुरु जी की फतेह। जागदी जोत शब्द गुरु बाणी के बोहित, धन धन श्री गुरु ग्रंथ साहब महाराज जी की पावन हजूरी च, ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ 'ਚ ਜੁੜ ਬੈਠਣ ਦਾ, ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਉਚਾਰਨ ਕੀਤੀ ਹੋਈ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ। ਭਗਤ ਬਾਣੀ ਦੇ ਵਿੱਚੋਂ ਗੋਂਡ ਰਾਗ ਦੇ ਵਿੱਚ इस वेले 11वां शब्द
ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ। ਪਾਵਨ ਅੰਕ 873 ਦੇ ਉੱਤੇ ਇਹ ਸ਼ਬਦ ਦਰਜ ਹੈ। ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਉਹਨਾਂ ਲੋਕਾਂ ਨੂੰ ਸਮਝਾ ਰਹੇ ਨੇ ਜਿਹੜੇ ਲੋਕ ਅੰਨ ਨੂੰ ਤਿਆਗ ਕੇ ਔਰ ਕਹਿੰਦੇ ਸਨ ਕਿ ਅਸੀਂ ਭਗਤੀ ਕਰ ਰਹੇ ਹਾਂ, ਔਰ ਅੰਨ ਤਿਆਗਨਾ ਭਗਤੀ ਸਮਝਦੇ ਸਨ। ਪਰ ਆਖਣ ਲੱਗੇ ਅੰਨ ਤਿਆਗਣ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਸੋ ਆਓ ਆਪਾਂ ਪਾਵਨ ਸ਼ਬਦ ਦਾ ਉਪਦੇਸ਼ ਦ੍ਰਿੜ ਕਰੀਏ। ਮਨੋਵਰਤੀਆਂ ਇਕਾਗਰ ਕਰੋ ਜੀ। ਪ੍ਰੇਮ ਸਹਿਤ ਗੁਰਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਰ ਨੇ ਭਗਤ ਕਬੀਰ ਸਾਹਿਬ ਜੀ ਆਦ ਪੁਰਖ ਤੇ ਹੋਏ ਅਨਾਦ। ਅਨਾਦ ਦਾ ਅਰਥ ਹੈ ਅੰਨ ਆਦਿਕ। ਕਹਿੰਦੇ ਅੰਨ ਜਿਸ ਨੂੰ ਤੁਸੀਂ ਤਿਆਗ ਕੇ ਭਗਤੀ ਸਮਝਦੇ ਹੋ, ਇਹ ਅੰਨ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਪੈਦਾ ਕਰਨ ਵਾਲਾ ਹੈ। ਆਦਿ ਪੁਰਖ ਤੋਂ ਹੀ, ਉਹ ਪਰਮਾਤਮਾ ਤੋਂ ਹੀ ਇਹ ਅੰਨ ਆਦਿਕ ਜਿਹੜਾ ਹੈ ਇਹ ਪੈਦਾ ਹੁੰਦਾ ਹੈ। ਤੇ ਆਖਣ ਲੱਗੇ ਜਪੀਏ ਨਾਮ ਅੰਨ ਕੈ ਸਾਧ। ਕਹਿੰਦੇ ਅੰਨ ਛਕ ਕੇ ਉਹਦਾ ਸਵਾਦ ਮਾਣ ਕੇ ਪਾਓ ਕਿ ਅੰਨ ਖਾਦਿਆਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾ ਸਕਦਾ ਹੈ। ਕੋਈ ਆਖੇ ਵੀ ਅੰਨ ਨੂੰ ਤਿਆਗ ਕੇ ਪਰਮਾਤਮਾ ਦੀ ਬੰਦਗੀ ਹੋ ਸਕਦੀ ਹੈ, ਸਾਧੂ ਕਹਿੰਦੇ ਨਹੀਂ। ਕਿਉਂਕਿ ਕਈ ਲੋਕਾਂ ਨੇ ਵਰਤ ਆਦਿਕ ਨੂੰ ਸਮਝਿਆ ਵੀ ਸੀ ਸ਼ਾਇਦ ਇਹ ਇੱਕ ਢੰਗ ਹੈ ਭਗਤੀ ਦਾ, ਰੱਬ ਨੂੰ ਮਿਲਣ ਦਾ, ਪਰ ਗੁਰਮਤ ਨੇ ਇਸ ਵਿਚਾਰਧਾਰਾ ਨੂੰ ਖੰਡਨ ਕਰ ਦਿੱਤਾ। ਕਿਉਂਕਿ ਅੰਨ ਇਸ ਸਰੀਰ ਵਾਸਤੇ ਥੰਮੀ ਹੈ, ਜਿਵੇਂ ਸ਼ਬਦ ਮਨ ਵਾਸਤੇ ਥੰਮੀ ਹੈ, ਸਾਰਾ ਹੈ, ਇਸ ਤਰ੍ਹਾਂ ਇਸ ਸਰੀਰ ਦਾ ਸਾਰਾ ਅੰਨ ਹੈ। ਅੰਨ ਤੋਂ ਬਿਨਾਂ ਇਹ ਸਰੀਰ ਨਹੀਂ ਚੱਲ ਸਕਦਾ। ਨਾ ਇਸ ਸਰੀਰ ਦੀ ਉਤਪਤੀ ਹੈ, ਨਾ ਸਰੀਰ ਦੀ ਬਣਾਵਟ ਹੈ, ਔਰ ਨਾ ਹੀ ਇਹ ਸਰੀਰ ਜਿਹੜਾ ਹੈ ਅੰਨ ਤੋਂ ਬਿਨਾਂ ਕੰਮ ਕਰ ਸਕਦਾ। ਇਸ ਕਰਕੇ ਭਗਤ ਜੀ ਕਹਿਣ ਲੱਗੇ ਪਰਮਾਤਮਾ ਦਾ ਨਾਮ ਵੀ ਅੰਨ ਖਾਦਿਆਂ ਹੀ ਜਪਿਆ ਜਾ ਸਕਦਾ ਹੈ। ਅੰਨ ਖਾਣ ਤੋਂ ਬਿਨਾਂ ਪਰਮਾਤਮਾ ਦੀ ਬੰਦਗੀ ਨਹੀਂ ਹੋ ਸਕਦੀ। ਕਬੀਰ ਸਾਹਿਬ ਨੇ ਤਾਂ ਸਪਸ਼ਟ ਕਿਹਾ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਦੀਜੈ। ਭੁੱਖਿਆਂ ਭਗਤੀ ਨਹੀਂ ਹੁੰਦੀ। ਦੋ ਚੀਜ਼ਾਂ ਜੀਵਨ 'ਚ ਯਾਦ ਰੱਖਿਓ। ਗੁਰੂ ਸਾਹਿਬ ਜੀ ਨੇ ਇਸ ਕਰਕੇ ਕੁਛ ਐਸੀਆਂ ਰੀਤਾਂ, ਐਸੀ ਮਰਿਆਦਾ ਕਾਇਮ ਕੀਤੀ ਜਿਸ ਦੇ ਨਾਲ ਜਿਹੜਾ ਸਿੱਖ ਜਗਿਆਸੂ ਹੈ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੇ ਕਿ ਇਹ ਕਿਉਂ ਲੋੜੀਂਦੀਆਂ ਨੇ। ਅਸੀਂ ਦੇਖਦੇ ਕਿ ਗੋਬਿੰਦਵਾਲ ਸਾਹਿਬ ਦੇ ਵਿੱਚ ਜਿਤਨੀ ਵੀ ਸੰਗਤ ਆਉਂਦੀ, ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਪਹਿਲਾਂ ਪੰਗਤ ਵਿੱਚ ਜਾਓ, ਫਿਰ ਸੰਗਤ ਵਿੱਚ ਆਉਣਾ। ਜਿਹੜਾ ਪੰਗਤ ਵਿੱਚ ਨਹੀਂ ਬੈਠੇਗਾ ਉਹ ਸੰਗਤ ਵਿੱਚ ਵੀ ਨਹੀਂ ਬੈਠੇਗਾ। ਕਿਉਂ ਗੁਰੂ ਸਾਹਿਬ ਜੀ ਨੇ ਜਿਹੜੀਆਂ ਪਰੰਪਰਾਵਾਂ ਸਨ, ਭਾਵੇਂ ਉਹ ਊਚ ਨੀਚ ਦੀ ਗੱਲ ਸੀ, ਭਾਵੇਂ ਜਿਹੜੇ ਲੋਕ ਵਰਤ ਰੱਖ ਕੇ ਗੁਰਦੁਆਰੇ ਆ ਜਾਂਦੇ ਸਨ, ਇਹ ਸਾਰੀਆਂ ਚੀਜ਼ਾਂ ਤਾਂ ਖਤਮ ਹੋ ਜਾਣ। ਜਿਹੜਾ ਬੰਦਾ ਵਰਤ ਰੱਖ ਕੇ ਆਇਆ ਤੇ ਜੇ ਉਹਨੂੰ ਪਹਿਲਾਂ ਕਹਿ ਦਿੱਤਾ ਪੰਗਤ 'ਚ ਪ੍ਰਸਾਦਾ ਛਕੋਗੇ ਤਾਂ ਗੁਰੂ ਦਰ 'ਤੇ ਬਹਿ ਸਕਦੇ ਹੋ, ਤੇ ਹੁਣ ਵਰਤ ਤਾਂ ਉਹਦਾ ਟੁੱਟੇਗਾ। ਜਾਂ ਤਾਂ ਗੁਰੂ ਵਾਲਾ ਹੋਏਗਾ ਜਾਂ ਇੱਕ ਪਾਸੇ ਹੋਏਗਾ। ਸਾਫ਼ ਸਪਸ਼ਟ ਗੱਲ। ਗੁਰੂ ਸਾਹਿਬ ਨੇ ਕਿਹਾ ਵੀ ਪੰਗਤ ਵਿੱਚ ਪਹਿਲਾਂ ਪ੍ਰਸਾਦਾ ਛਕੋ, ਕਿਉਂਕਿ ਗੁਰਮਤ ਦੇ ਵਿੱਚ ਵਰਤ ਨੂੰ ਕੋਈ ਥਾਂ ਨਹੀਂ ਹੈ। ਗੁਰਮਤ ਕਿਤੇ ਵੀ ਵਰਤ ਦੀ ਹਾਮੀ ਨਹੀਂ ਭਰਦੀ। ਹਾਂ, ਜਿੱਥੇ ਵਰਤ ਦੀ ਗੱਲ ਕੀਤੀ ਉੱਥੇ ਗੁਰਮਤ ਦਾ ਵਰਤ ਗੁਰੂ ਸਾਹਿਬ ਨੇ ਬੜਾ ਸਪਸ਼ਟ ਲਿਖਿਆ। ਕਹਿੰਦੇ ਸਤ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਿਆ। ਸਿੱਖ ਨੇ ਜੇ ਵਰਤ ਰੱਖਣਾ ਤੇ ਸਤ ਸੰਤੋਖ ਤੇ ਜੀਵਨ ਦੇ ਉੱਤੇ ਦਇਆ ਕਰਨ ਵਾਲਾ ਰੱਖਣਾ। ਇਹ ਵਰਤ ਸੰਪੂਰਨ ਕਿਹਾ ਗੁਰਬਾਣੀ ਨੇ। ਪਰ ਅੰਨ ਨਾ ਖਾ ਕੇ
ਔਰ ਅੰਨ ਨੂੰ ਨਿੰਦ ਕੇ ਭਗਤੀ ਵਿੱਚ ਰੁਕਾਵਟ ਦੱਸ ਕੇ ਇਹ ਅੰਨ ਦਾ ਅਪਮਾਨ ਹੈ। ਭਗਤ ਕਬੀਰ ਸਾਹਿਬ ਕਹਿ ਰਹੇ ਨੇ ਅੰਨ ਤੋਂ ਬਿਨਾਂ ਚੰਗਾ ਸੁਖਾਲ ਨਹੀਂ ਹੋ ਸਕਦਾ, ਅੰਨ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਇਸ ਕਰਕੇ ਭਗਤੀ ਕਰਨ ਵਾਸਤੇ ਅੰਨ ਦੀ ਲੋੜ ਹੈ। ਅੰਨ ਤੋਂ ਬਿਨਾਂ ਪਰਮਾਤਮਾ ਦਾ ਨਾਮ ਵੀ ਨਹੀਂ ਜਪਿਆ ਜਾ ਸਕਦਾ। ਪਹਿਲੇ ਬੰਦ ਵਿੱਚ ਅੱਗੇ ਵਿਆਖਿਆ ਕਰ ਰਹੇ ਨੇ, ਧੰਨ ਗੋਪਾਲ ਧੰਨ ਗੁਰਦੇਵ। ਆਖਣ ਲੱਗੇ ਸੋ ਧੰਨ ਹੈ ਧਰਤੀ ਦਾ ਪਾਲਨਹਾਰ ਪ੍ਰਭੂ, ਜਿਸ ਨੇ ਅੰਨ ਪੈਦਾ ਕੀਤਾ ਹੈ। ਗੋ ਪਾਲ ਦਾ ਅਰਥ ਹੁੰਦਾ, ਗੋ ਦਾ ਅਰਥ ਧਰਤੀ, ਪਾਲ ਦਾ ਅਰਥ ਪਾਲਣਾ ਕਰਨ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ। ਪਾਓ ਅਕਾਲ ਪੁਰਖ ਵਾਹਿਗੁਰੂ। ਭਗਤ ਕਬੀਰ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਜੋ ਅੰਨ ਪੈਦਾ ਕਰਦਾ ਹੈ, ਉਹ ਧੰਨ ਹੈ। ਧੰਨ ਗੁਰਦੇਵ ਤੇ ਧੰਨ ਹੈ ਸਤਿਗੁਰੂ ਜੋ ਐਸੇ ਪ੍ਰਭੂ ਦੀ ਸੂਝ ਬਖਸ਼ਿਸ਼ ਕਰਦਾ ਹੈ, ਐਸੇ ਪਰਮਾਤਮਾ ਦੀ ਵਿਚਾਰ ਦੱਸਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਭ ਕੁਝ ਪੈਦਾ ਕੀਤਾ ਹੈ। ਸਾਨੂੰ ਸਤਿਗੁਰ ਸਮਝਾਉਂਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਕਿ ਸਾਰਿਆਂ ਨੂੰ ਦਾਤਾਂ ਦੇ ਰਿਹਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਅਸੀਂ ਤੇਰੇ ਆਸਰੇ ਹਾਂ ਔਰ ਤੂੰ ਨਿਮਖ ਨਿਮਖ ਸਾਡੀ ਪਾਲਣਾ ਕਰ ਰਿਹਾ। ਫਿਰ ਭਗਤ ਜੀ ਕਹਿੰਦੇ ਗੁਰਦੇਵ ਵੀ ਧੰਨ, ਧੰਨ ਗੋਪਾਲ ਧੰਨ ਗੁਰਦੇਵ। ਤੇ ਤੀਜੇ ਨੰਬਰ 'ਤੇ ਗੱਲ ਆਖੀ, ਕਹਿੰਦੇ ਧੰਨ ਅਨਾਦ ਭੂਕੇ ਕਵਲ ਟੇਕ। ਕਹਿੰਦੇ ਉਹ ਅੰਨ ਵੀ ਧੰਨ ਹੈ। ਅਨਾਦ ਦਾ ਅਰਥ ਹੈ ਅੰਨ ਆਦ। ਅਨਾਦ ਵੈਸੇ ਅੱਖਰ ਬਣਿਆ ਅਨਾਜ ਤੋਂ, ਐੜਾ ਨੰਨੇ ਨੂੰ ਕੰਨਾਂ 'ਤੇ ਜੱਜਾ। ਅਤੇ ਜਦੋਂ ਪੰਜਾਬੀ ਵਿੱਚ ਆਪਾਂ ਲਿਖਦੇ ਹਾਂ ਉੱਥੇ ਲਿਖਤੀ ਰੂਪ ਦੇ ਵਿੱਚ ਅਨਾਦ ਲਿਖਿਆ ਜਾਂਦਾ ਹੈ। ਜਦੋਂ ਆਪਾਂ ਭਾਸ਼ਿਕ ਤੌਰ ਤੋਂ ਲਿਖਾਂਗੇ ਉੱਥੇ ਅਨਾਜ ਲਿਖਾਂਗੇ, ਜਿਵੇਂ ਲਿਖਦੇ ਅਨਾਜ ਮੰਡੀ, ਉੱਥੇ ਅਨਾਜ ਮੰਡੀ ਨਹੀਂ ਲਿਖਾਂਗੇ। ਪਰ ਜਦੋਂ ਆਪਾਂ ਗੁਰਬਾਣੀ ਦੀ ਲਿਪੀ ਅਨੁਸਾਰ ਦੇਖਾਂਗੇ ਤੇ ਤਕਰੀਬਨ ਸਾਰੀਆਂ ਥਾਵਾਂ 'ਤੇ ਅਨਾਜ ਲਈ ਅਨਾਦ ਅੱਖਰ ਵਰਤਿਆ ਗਿਆ। ਆਖਣ ਲੱਗੇ ਧੰਨ ਅਨਾਦ। ਕਹਿੰਦੇ ਕਬੀਰ ਸਾਹਿਬ ਧੰਨ ਹੈ ਅਨਾਜ। ਕਹਿੰਦੇ ਭੁੱਖੇ ਕਵਲ ਟਹਿ ਕੇਵ। ਭੁੱਖੇ ਦਾ ਅਰਥ ਹੈ ਜੋ ਭੁੱਖੇ ਮਨੁੱਖ ਦੇ, ਕਵਲ ਦਾ ਅਰਥ ਹੈ ਹਿਰਦੇ ਨੂੰ ਖਿੜਾ ਦਿੰਦਾ। ਭਾਵ ਕਿ ਅਨਾਜ ਧਨਤਾ ਦੇ ਯੋਗ ਹੈ। ਕੋਈ ਮਨੁੱਖ ਭੁੱਖਾ ਹੈ, ਜਿਸ ਮਨੁੱਖ ਅੰਨ ਖਾਂਦਾ ਹੈ ਤਾਂ ਉਸ ਦਾ ਹਿਰਦਾ ਜਿਹੜਾ ਹੈ ਉਹ ਕਮਲ ਫੁੱਲ ਦੇ ਵਾਂਗ ਖਿੜ ਪੈਂਦਾ ਹੈ। ਭਾਵ ਕਿ ਮਨੁੱਖ ਪ੍ਰਸੰਨ ਹੋ ਜਾਂਦਾ ਹੈ ਜਦੋਂ ਉਹ ਪ੍ਰਸਾਦਾ ਛਕ ਲੈਂਦਾ ਹੈ, ਅੰਨ ਖਾ ਲੈਂਦਾ ਹੈ। ਕਹਿੰਦੇ ਧਨਤਾ ਦੇ ਯੋਗ ਹੈ ਅੰਨ, ਜਿਹੜਾ ਸਾਡੇ ਹਿਰਦੇ ਨੂੰ ਖਿੜਾ ਦਿੰਦਾ ਹੈ। ਚਿਹਰੇ 'ਤੇ ਰੌਣਕ ਆ ਜਾਂਦੀ। ਕੋਈ ਬੰਦਾ ਭੁੱਖਾ ਹੋਵੇ ਵੈਸੇ ਹੀ ਮੁਰਝਾਇਆ ਰਹਿੰਦਾ ਹੈ, ਪਰ ਜਦੋਂ ਉਹ ਅੰਨ ਖਾ ਲੈਂਦਾ ਹੈ ਤਾਂ ਉਸ ਦਾ ਸਰੀਰ ਫਿਰ ਅਸਥਿਰ ਹੋ ਜਾਂਦਾ ਹੈ। ਭੁੱਖਾ ਮਨੁੱਖ ਦੀਆਂ ਲੱਤਾਂ ਵੀ ਕੰਬਦੀਆਂ, ਹੱਥ ਪੈਰ ਵੀ ਕੰਬਦੇ। ਭੁੱਖਾ ਮਨੁੱਖ ਮੁਰਝਾਇਆ ਜਿਹਾ ਰਹਿੰਦਾ ਹੈ। ਭਗਤ ਕਬੀਰ ਕਹਿੰਦੇ ਇਸ ਕਰਕੇ ਅੰਨ ਜਿਹੜਾ ਧਨਤਾ ਦੇ ਯੋਗ ਹੈ ਕਿ ਮੁਰਝਾਏ ਹੋਏ ਸਰੀਰ ਨੂੰ ਜਿਹੜਾ ਹਰਾ ਭਰਾ ਕਰ ਦਿੰਦਾ, ਪ੍ਰਸੰਨ ਕਰ ਦਿੰਦਾ। ਦੇਖੋ ਨਾ ਜਦੋਂ ਢਿੱਡ 'ਚ ਰੋਟੀਆਂ ਜਾਂਦੀਆਂ ਬੰਦਾ ਤ੍ਰਿਪਤ ਹੋ ਜਾਂਦਾ। ਭਗਤ ਕਹਿੰਦੇ ਧਨਤਾ ਦੇ ਯੋਗ ਅੰਨ। ਧੰਨ ਅਨਾਦ ਭੁੱਖੇ ਕਵਲ ਟਹਿ ਕੇਵ। ਟਹਿ ਕੇਵ ਦਾ ਅਰਥ ਹੁੰਦਾ, ਟਹਿ ਦਾ ਅਰਥ ਹੁੰਦਾ ਟਹਿਕਣਾ, ਪਾਉ ਖਿੜਨਾ। ਟਹਿ ਕੇਵ ਦਾ ਅਰਥ ਹੈ ਕਿ ਖਿੜ ਪੈਂਦਾ ਹੈ। ਪਾਉ ਕੀ ਕਹਿੰਦੇ ਅਨਾਜ ਧੰਨ ਹੈ ਕਿ ਅੰਨ ਖਾਦਿਆਂ ਮਨੁੱਖ ਦਾ ਜਿਹੜਾ ਹਿਰਦਾ ਹੈ ਉਹ ਖਿੜ ਪੈਂਦਾ ਹੈ। ਫਿਰ ਕਹਿਣ ਲੱਗੇ ਧੰਨ ਓਏ ਸੰਤ। ਕਹਿੰਦੇ ਉਹ ਧੰਨ ਸੰਤ ਜਨ ਵੀ ਧੰਨ ਹਨ, ਜਿਨ ਐਸੀ ਜਾਨੀ, ਜਿਨ੍ਹਾਂ ਨੇ ਇਹ ਗੱਲ ਸਮਝ ਲਈ ਵੀ ਅੰਨ ਧਨਤਾ ਦੇ ਯੋਗ ਹੈ। ਅੰਨ ਜਿਹੜਾ ਨਿੰਦਨ ਦੇ ਯੋਗ ਨਹੀਂ ਹੈ। ਲੋਕ ਅੰਨ ਦੀ ਨਿੰਦਾ ਕਰਦੇ ਸਨ। ਗੁਰਬਾਣੀ ਕਹਿੰਦੀ ਹੈ ਵੀ ਉਹ ਸੰਤ ਵੀ ਧੰਨ ਨੇ। ਭਗਤ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਧਨ ਜਿਹੜਾ ਹੈ, ਅੰਨ ਪਦਾਰਥ ਜਿਹੜੇ ਨੇ ਇਹ ਨਿੰਦਨਯੋਗ ਨਹੀਂ, ਸਗੋਂ ਇਹ ਪੂਜਨਯੋਗ ਨੇ, ਕਿਉਂਕਿ ਇਹਨਾਂ ਦੇ ਨਾਲ ਜੀਵਨ ਦਾ ਗੁਜ਼ਰਾਨ ਚੱਲਦਾ ਹੈ। ਕਹਿੰਦੇ ਤਿੰਨ ਕੋ ਮਿਲਬੋ ਸਾਰੰਗ ਪਾਣੀ। ਕਹਿੰਦੇ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਮਿਲ ਪੈਂਦਾ ਹੈ ਜਿਨ੍ਹਾਂ ਸੰਤ ਜਨਾਂ ਨੇ ਇਹ ਗੱਲ ਨੂੰ ਜਾਣ ਲਿਆ ਕਿ ਜਿਹੜਾ ਅੰਨ ਹੈ ਉਹ ਵੀ ਧਨਤਾ ਦੇ ਯੋਗ ਹੈ। ਫਿਰ ਕਹਿਣ ਲੱਗੇ ਜਪੀਐ ਨਾਮ ਜਪੀਐ ਅੰਨ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਵੇਂ ਜਪਦੇ ਹਾਂ ਇਸ ਤਰ੍ਹਾਂ ਹੀ ਸਾਨੂੰ ਅੰਨ ਦਾ ਵੀ ਸਤਿਕਾਰ ਕਰਨਾ ਚਾਹੀਦਾ। ਜਿਵੇਂ ਨਾਮ ਜਪਦੇ ਨਾ ਇਸ ਤਰ੍ਹਾਂ ਅੰਨ ਦਾ ਵੀ ਸਤਿਕਾਰ ਕਰਨਾ ਚਾਹੀਦਾ। ਅੰਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਆਪਾਂ ਨਾਮ ਜਪਦੇ ਹਾਂ, ਬਾਣੀ ਦੇ ਪੜ੍ਹਦੇ ਹਾਂ, ਪਰਮਾਤਮਾ ਦਾ ਸਿਮਰਨ ਕਰਦੇ ਹਾਂ,
इस तरह ही अन्न का भी सत्कार करना चाहिए। कहने का मकसद है भगत कबीर साहब जी का कि अन्न जिहड़ा है ना वो भी सिमरन योग है। पाओ अन्न नूं भी प्यार करना चाहिए। अन्न दे करके तुसीं देखो कि साडा जीवन है, तो फिर अन्न तो तरक करनी ये तो बनती नहीं, सगों अन्न नूं तरक करन दी थां ते भगत जी कहते इस अन्न नूं सहजे सहजे प्यार नाल कहते ने प्रीत नाल छकना चाहिए। जिमें अडोल अवस्था में टिके नाम जपीदा है, नाम नूं प्यार करते हैं, इस तरह अन्न नूं भी प्यार करना चाहिए। जिमें नाम जपते हैं सहजे सहजे हर का बिलोब ना बिलोबो मेरे भाई, सहज बिलोबो जैसे तत ना जाई। इस तरह भगत जी कहते इस अन्न का भी उतना को आदर सत्कार ते प्यार करना चाहिए। सहजे सहजे इसनूं कहते ने छकना चाहिए। फिर अगले वचन कीते क्यों करना चाहिए, क्योंकि ये जिहड़ा अन्न है ना अंबै कै संग नीका बन, अंबै कहते ने पानी नूं। हर एक मनुख पानी वरतदा है और पानी दे संग नाल कहते ने ये अनाज जिहड़ा है ये सोना बन जाता है। निक्का दा अर्थ हुंदा सोना, भाव कि सोना रूप चढ़ जाता है। जो फसल नूं पानी लगता है तो उस दाने का रूप देखो, एक वो फसल जिन्हों पानी ना लग्या होवे, एक वो फसल जिन्हों पानी लग्या होवे, दोनों के रूप रंग च कितना फर्क हुंदा है। कहने लगे अन्न कै संग नीका बन, अन्न बाहर जो नर होवै, तीन भवन में अपनी पत खोवै। भगत कबीर साहब जी आखन लगे कहते ये जिहड़ा अन्न है ना ये अन्न पानी की संगत दे नाल बनता है, सोना रंग चढ़ता है। जिमें पानी बर्तन विच पाप नहीं तो अन्न बर्तन विच तो क्यों नफरत कर रहे हैं तुसीं, क्योंकि इस पानी की बरकत के नाल ही तो अन्न पैदा होया है। पानी तो बिना कोई चीज़ नहीं, पानी तुसीं वरत लैंदे अन्न नहीं वरतदे, पर पानी तो बिना अन्न नहीं उग सकता। तो तुसीं पानी नाल नफरत नहीं करते, पानी नूं पाप नहीं समझते, अन्न खाण नूं तुसीं पाप समझते हो। बहुत सारे फिरके सन, जो भगत कबीर साहब ने ये विचारधारा सानू बख्शी कि जिहड़े लोग अन्न नाल नफरत रखते सन, नफरत करते सन, पानी नूं प्यार करते सन। कहते जिहड़ा मनुख इस तरह करता है, भगत जी कहन लगे जो मनुख अन्न ते तरक करता है तो वह सब थां अपनी इज्जत गवाउंदा है। पाओ कि जिहड़ा अन्न दे उत्ते तरक करता है उसदी किते भी इज्जत नहीं होंदी, किते भी उहनूं सत्कार नहीं मिलता, क्योंकि अन्न का त्याग कोई ऐसा काम नहीं जिन्हों दुनिया पसंद करे। और आप अन्न नूं त्याग दईए तो कोई सत्कारत काम नहीं है भी बहुत सत्कार मिलेगा, साड़ी वाह वाह होएगी भी फलाने ने अन्न छड़ दिता। कहने कोई सत्कार नहीं मिलना, सगों तिन्ने भवनां विच अपनी पत मनुख खो लैंदा है। फिर कहन लगे छोड़ै अन्न करै पाखंड, ना ओ सुहागन ना ओ रंड। आखन लगे जो लोग अन्न छड़ देंदे हन सो ये पाखंड करते हैं कि वो अपना जीवन इस तरह गुजारते हैं जिमें कुचजियाँ जनानियां वांग, जो ना सुहागण हैं ना रंडियां हैं। कहते उन्होंने जीवन तो ऐसा जिहड़े कि अन्न छड़ देंदे ने, जिहड़े व्रत रखते हैं और व्रत रख के कहते हैं भी असीं तां अन्न छड्डिया होया। कहते तो जिहड़े अन्न छड्डण वाले ने उन्हां सुहागणां विच गिनती है, वो कुचजी जीव इस्त्रियां हैं। उन्होंने जीवन का चज ही नहीं, जीवन का ज्ञान ही नहीं, जीवन की समझ ही नहीं कि इस दे नाल ही साडा शरीर बनिया। साडा जो खून बिंद शरीर विच जो भी बनता है वो भोजन नाल बनता है। भोजन तो बिना सारे शरीर की होंद नहीं है, साडे शरीर का जन्म नहीं है। इस करके ये चीज़ों नूं निंदना और जो कर्म कांड करी जाना। फिर भगत जी कहन लगे बस इत्थे ही बस नहीं, कहते जग में भगते दूधा धारी, गुप्ती खामे बटिका सारी। कहते जगत विच लोकां नूं कहंदे फिरदे हन कि असीं तां जी नीरा दुध पी के निर्वाह करते हैं, असीं दुध पीने ते बाकी असीं कुछ नहीं छकदे। उन्हां ते कोई पुछे भी दुध किवें आया, जिहड़े कहंदे सी केवल दुध पींदे ने होर चीज़ां नहीं खांदे, ते दुध भी जदों पशु पट्ठे खांदे ने तां जो दुध बनदा है। जे वो पट्ठे ही ना खाण, फसल ही ना खाण तां दुध की प्राप्ति नहीं हो सकती।
फिर कहन लगे इत्थे ही बस नहीं, कहते एक पासे लोगों को कहते फिरनगे कि जग में भगते दूधा धारी, कहते असी तो केवल दुध पी के निर्वाह करते हाँ तो गुप्ती खामै बटिका सारी। बटिका का अर्थ हुंदा है कि पिन्निया, पाओ कि जो चोलां अते मਹਾਂ ਦੀ बनी ਹੁੰਦੀਆਂ ਹਨ उन्हां पिन्नियां ਨੂੰ गुप्ती ਦਾ अर्थ गुप्त चोरी नाल। और लोगों को कहणगे इस दुध पींदे ने पर नाल नाल कहंदे चोरी चोरी सारी पिन्नियां भी खांदे हन। वो पिन्नियां भी कहंदे आटे दीयां बणीਆਂ ने, भावें चोलां दा आटा होवे भावें वो तुसीं देखो पुरातन समय दे विच बाजरे दा आटा हुंदा सी, ज्वार हुंदी सी, है तो वो भी आटे ही ने। वो गुप्त गुप्त कहंदे पिन्नियां खाई जांदे हन। वो कहणगे भी असीं अन्न तां खांदे नहीं, पिन्नियां भी तो अन्न ही है और वो भी चोरी नाल खाना। कहंदे कितना वड्डा पाखंड है। भगत जी कहते कितने वड्डे पाखंड की गल है। कहते छोड़े अन्न करे पाखंड, अन्न छड्ड के लोकां विच पाखंड करते हैं। क्योंकि शरीर का जिहड़ा है वो जीवना अन्न तो बिना दुर्लभ है, जिया नहीं जा सकता। आओ कि मनु कहे कि मैं जन्म तो लैके मरण तक अन्न नहीं खाना, अन्न तो बिना अन्न किसी ना किसी रूप च वरतना पेगा। कोई बंदा कहे मैं ब्रैड नहीं खाता, वो जो रोटियां नहीं खाता वो ब्रैड खाना शुरू कर दिंदा। कोई बंदा मैं ये नहीं खाता मैं पीजा खाता, पीजा भी तो उहदे विचों बन रहा। कोई ऐसी चीज़ दसो जिहड़ी अन्न विचों नहीं बन रही। एक बंदा कहे जी मैं तो रोटियां छड्ड दित्तियां जी, बाकी चीज़ तो कुछ खा रहा ना, कोई फ्रूट तो खा रहा ना। फ्रूट सारे ही अन्न विच आंदे ने, कोई भी फ्रूट है वो सारे अन्न विच ने। इस करके भगत जी कहते ने, कहते कितना पाखंड करते हैं, चोरी चोरी पिन्नियां खा जाते हैं तो जगत नूं बकदे फिरदे हैं। पुकार पुकार के कहते ने लोकां दे विच अपना नाम ना खट्टन वास्ते वो अन्न छड्डण वाले साधु लोग आखते हैं देखो जी असीं तां सिर्फ दुध पींदे हैं। जब लोग उन्हां चेले कहणगे साडा बाबा तां दुध दा धारी है, होर कुछ नहीं खांदा, प्रसादा पानी नहीं छकदा। तो भगत जी कह लगे वो फिर की करते हैं, वो चौलां आदियाँ आटे दियाँ बणियां हुई पिन्नियां चोरी चोरी खा जाते हैं। लोगों के सामने तो दुध पीण का नाटक करते हैं पर गुप्त रूप दे विच चोरी नाल उस शरीर नूं चलाउण वास्ते अन्न का जिहड़ा है वो प्रयोग करते हैं, अन्न नूं वरतते हैं। क्योंकि अन्न तो बिना साडा शरीर नहीं चल सकता। फिर कहन लगे भगत जी, कहते अन्न बिना न होए सुकाल, तजिए अन्न न मिले गोपाल। कहते अन्न तो बगैर सुकाल नहीं हो सकता। सुकाल का अर्थ चंगा काल, चंगा समा। पाओ कि अन्न तो बिना असी चंगा समा नहीं लंघा सकते। देखो ना आप सवेरे नाश्ता करते हैं, दोपहर तक सानू कोई लोड़ नहीं पैंदी। शरीर तो जितना मर्जी काम करिए, जितना मर्जी इसनूं वरतीए, पर जे आप सवेरे खाली पेट होइए कि आप शरीर नूं वरत सकते हैं, कोई काम कर सकते इस दे नाल। क्योंकि शरीर जदों साडा साथ ही नहीं रहेगा, निढाल हो जाएगा, तो चंगा काल किवें हो सकता, चंगा समा किवें लंघ सकता। फिर कहन लगे अन्न बिना ना होए सुकाल, तजिए अन्न न मिले गोपाल। तो कहते अन्न छड़ के रब नहीं मिलता। लोग कहते सन व्रत रख लो रब की प्राप्ति हो जाएगी, रब खुश हो जाएगा। कभी से कहते नहीं हो सकता। अन्न छड़ के कभी भी रब खुश नहीं हो सकता। और गुरबाणी विच इस प्रथाए बहुत सारी विचार महाराज ने बख्शी कि जिहड़े लोग अन्न छड्डदे हन, कर्म कांड करते हैं, विखावे की जिंदगी जीउंदे हन, ते आखन लगे इस तरह रब की प्राप्ति नहीं हो सकती। क्योंकि तजिए अन्न ना मिले गोपाल, अन्न छड्डण दे नाल धरती का पालनहार वो अकाल पुरख वाहिगुरू नहीं मिल सकता। जे उसनूं छड्डण नाल रब मिलदा, अन्न नूं छड्डण दे नाल, तो फिर याद रखियो जीवन दे विच फिर रब अन्न बनांदा ही क्यों? रब ने सारियां चीज़ां पैदा ही क्यों कीतियां सन? इस जो भी कुछ संसार विच है ना, सब कुछ बरतन वास्ते अकाल पुरख वाहिगुरू ने बनाया है। हाँ, उसका बर्तन विहार साडा किदां दा, साडे दिमाग विच किते कोई फतूर खड़ा हो जाए, साडा दिमाग जिहड़ा वो हट जाए सही विचारधारा ते, उस मालक की बनाई कुदरत नूं गलत तरीके नाल भी वरतिया जा सकता है। तुसीं वेखो ना कि लोग अंगूर नूं फ्रूट रूप विच भी खांदे ने ते नशे रूप दे विच भी शराब कढ के पींदे।
ਗੰਨੇ ਨੂੰ ਗੁੜ ਦੇ ਰੂਪ ਵਿੱਚ ਵੀ ਖਾਂਦੇ ਨੇ ਲੋਕ, ਸ਼ਰਾਬ ਕੱਢ ਕੇ ਵੀ ਪੀਂਦੇ ਨੇ। ਹਾਂ, ਉਸ ਨੂੰ ਗਲਤ ਢੰਗ ਦੇ ਨਾਲ ਨਹੀਂ ਵਰਤਣਾ ਚਾਹੀਦਾ। ਜੋ ਮਾਲਕ ਨੇ ਪੈਦਾ ਕੀਤਾ, ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ, ਵਸਤੂ ਤਾਂ ਉਹੀ ਹੈ। ਉਸ ਵਸਤੂ ਨੂੰ ਕਈ ਬੰਦੇ ਸਹੀ ਢੰਗ ਨਾਲ ਵਰਤ ਰਹੇ ਨੇ, ਕਈ ਬੰਦੇ ਉਸ ਵਸਤੂ ਦਾ ਗਲਤ ਮਤਲਬ ਜੋ ਤਰੀਕੇ ਨਾਲ ਉਸ ਦਾ ਵਰਤਨ ਵਿਹਾਰ ਕਰ ਰਹੇ ਹਨ। ਗੁਰਬਾਣੀ ਉਹਨਾਂ ਗੱਲਾਂ ਨੂੰ ਵੀ ਰੋਕਦੀ ਹੈ ਵੀ ਤੂੰ ਗੁਰੂ ਕੀ ਮਤ ਲੈ ਕੇ ਦਾਤੇ ਦੀ ਬਣਾਈ ਕੁਦਰਤ ਵਿੱਚੋਂ ਉਹਦੇ ਵਿੱਚੋਂ ਚੰਗਿਆਈਆਂ ਕੱਢਣ ਦਾ ਯਤਨ ਕਰ, ਤੂੰ ਉਸਦੇ ਵਿੱਚੋਂ ਬੁਰਾਈਆਂ ਲੱਭਣ ਦਾ ਯਤਨ ਨਾ ਕਰ। ਕਿਉਂਕਿ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਬਹੁਤੇ ਲੋਕ ਜਿਹੜੇ ਨੇ ਉਹ ਫਿਰ ਕਹਿਣਗੇ ਵੀ ਸ਼ਰਾਬ ਕਿਉਂ ਬਣਾਈ ਹੈ ਜੀ, ਸ਼ਰਾਬ ਰੱਬ ਨੇ ਬਣਾ ਕੇ ਭੇਜੀ ਸੀ, ਅੰਗੂਰ ਤੇ ਰੱਬ ਨੇ ਬਣਾਇਆ। ਕਈ ਬੰਦੇ ਤਾਂ ਕਰਨਗੇ ਉਹਨਾਂ ਨੂੰ ਕਹੋ ਵੀ ਸਮਝਾਓ ਨਾ, ਸ਼ਰਾਬ ਕਿਉਂ ਬਣੀ ਹੈ ਜੀ, ਪੀਣ ਵਾਸਤੇ ਬਣੀ ਹੈ ਜੀ। ਅੰਗੂਰ ਤਾਂ ਡਾਇਰੈਕਟ ਸ਼ਰਾਬ ਨਹੀਂ ਹੈ, ਜਿਹੜਾ ਮਰਜ਼ੀ ਖਾ ਲਵੇ। ਗੰਨਾ ਤਾਂ ਡਾਇਰੈਕਟ ਸ਼ਰਾਬ ਨਹੀਂ ਹੈ, ਜਿਹੜਾ ਮਰਜ਼ੀ ਗੰਨੇ ਨੂੰ ਛਕ ਲਵੇ। ਔਰ ਗੰਨਾ ਛਕਣ ਦੇ ਨਾਲ ਸ਼ੂਗਰ ਵੀ ਨਹੀਂ ਹੋਏਗੀ, ਪਰ ਚੀਨੀ ਖਾਣ ਦੇ ਨਾਲ ਸ਼ੂਗਰ ਹੋ ਜਾਂਦੀ ਹੈ। ਕਿਉਂਕਿ ਉਸ ਦੇ ਵਿੱਚ ਜਦੋਂ ਜਿਵੇਂ ਜਿਵੇਂ ਮਨੁੱਖ ਹੋਰ ਪਾਸੇ ਉਹਨਾਂ ਚੀਜ਼ਾਂ ਨੂੰ ਲੈ ਕੇ ਜਾਏਗਾ, ਉਹ ਸਰੀਰ ਵਾਸਤੇ ਦੁਖਦਾਈ ਹੋ ਜਾਂਦੀਆਂ ਹਨ। ਲਿਮਿਟ ਦੇ ਵਿੱਚ ਵਰਤੋਂ ਕਰਨੀ ਕਿਸ ਚੀਜ਼ ਦੀ, ਔਰ ਉਹ ਵੀ ਸਹੀ ਤਰੀਕੇ ਨਾਲ, ਸਹੀ ਢੰਗ ਦੇ ਨਾਲ। ਜਿਸ ਰੂਪ ਵਿੱਚ ਕੁਦਰਤ ਨੇ ਕੋਈ ਚੀਜ਼ ਪੈਦਾ ਕੀਤੀ ਹੈ ਉਹ ਠੀਕ ਹੈ, ਪਰ ਉਸ ਤੋਂ ਆਪਣੇ ਮੁਤਾਬਿਕ ਵਰਤਣਾ ਉਹ ਗਲਤ ਹੈ। ਇਸ ਕਰਕੇ ਭਗਤ ਜੀ ਕਹਿੰਦੇ ਵੀ ਕੋਈ ਅੰਨ ਛੱਡ ਕੇ ਵਰਤ ਰੱਖ ਕੇ ਸਮਝੇ ਵੀ ਰੱਬ ਦੀ ਪ੍ਰਾਪਤੀ ਹੋ ਜਾਏਗੀ, ਅਕਾਲ ਪੁਰਖ ਖੁਸ਼ ਹੋ ਜਾਏਗਾ, ਪ੍ਰਸੰਨ ਹੋ ਜਾਏਗਾ। ਦੇਖੋ ਅੱਜ ਅਸੀਂ ਅੰਨ ਨਹੀਂ ਖਾਧਾ, ਰੱਬ ਨੇ ਖੁਸ਼ ਨਹੀਂ ਹੋਣਾ। ਫਿਰ ਕਹਿਣ ਲੱਗੇ ਕਹੋ ਕਬੀਰ ਹਮ ਐਸੇ ਜਾਣਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਬੇਸ਼ੱਕ ਕਬੀਰ ਸਾਹਿਬ ਆਖਦੇ ਨੇ ਸਾਨੂੰ ਇਹ ਨਿਸ਼ਚਾ ਹੋ ਗਿਆ ਕਿ ਅੰਨ ਬੜਾ ਸੁੰਦਰ ਪਦਾਰਥ ਹੈ, ਜਿਸ ਨੂੰ ਕਹਿੰਦੇ ਖਾਦਿਆਂ ਸਿਮਰਨ ਕਰਕੇ ਸਾਡਾ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ। ਭਾਵ ਕਿ ਅੰਨ ਇੱਕ ਸੁੰਦਰ ਪਦਾਰਥ ਹੈ, ਇਹਨੂੰ ਖਾਦਿਆਂ ਔਰ ਪਰਮਾਤਮਾ ਦਾ ਸਿਮਰਨ ਕਰਦਿਆਂ ਜਿਹੜਾ ਮਨ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਂਦਾ। ਇਸ ਕਰਕੇ ਗੁਰੂ ਘਰ ਦੀ ਮਰਿਆਦਾ ਵਿੱਚ ਇਹ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਪਹਿਲਾਂ ਤੁਸੀਂ ਪ੍ਰਸਾਦਾ ਛਕ ਕੇ ਆਓ, ਪੰਗਤ ਵਿੱਚ ਬੈਠ ਕੇ, ਫਿਰ ਸੰਗਤ ਵਿੱਚ ਆਓ, ਤਾਂ ਕਿ ਇੱਥੇ ਬੈਠ ਕੇ ਇਸ ਗੱਲ ਤੋਂ ਬਿਨਾਂ, ਇਸ ਝਿਜਕ ਤੋਂ ਬਿਨਾਂ ਵੀ ਸਾਨੂੰ ਭੁੱਖ ਲੱਗੀ ਹੋਈ ਹੈ, ਵੀ ਅਸੀਂ ਤਾਂ ਲੰਗਰ ਛਕਣਾ ਸੀ, ਪ੍ਰਸਾਦਾ ਛਕਣਾ ਸੀ, ਅਸੀਂ ਗੁਰਦੁਆਰੇ ਬੈਠੇ, ਟਾਈਮ ਬਹੁਤ ਜ਼ਿਆਦਾ ਹੋ ਗਿਆ ਅਤੇ ਸਾਨੂੰ ਭੁੱਖ ਲੱਗੀ ਹੋਈ ਹੈ। ਤੁਸੀਂ ਪਹਿਲਾਂ ਭੁੱਖ ਦੀ ਤ੍ਰਿਪਤੀ ਕਰਕੇ ਤਾਂ ਗੁਰੂ ਕੇ ਸ਼ਬਦ ਨੂੰ ਧਿਆਨ ਨਾਲ ਸੁਣੋ, ਕਿਉਂਕਿ ਭੁੱਖ ਲੱਗੀ ਹੋਏਗੀ ਤਾਂ ਇੱਥੇ ਸ਼ਬਦ ਜਿਹੜਾ ਅੰਦਰ ਉਹ ਸੁਣਨਾ ਨਹੀਂ। ਸ਼ਬਦ ਬਾਰ-ਬਾਰ ਜਿਹੜਾ ਅੰਦਰ ਦੀ ਬਿਰਤੀ ਹੈ ਸਾਡੀ, ਉਹ ਭੁੱਖ ਵਾਲੇ ਪਾਸੇ ਜਾਏਗੀ। ਜਦੋਂ ਜ਼ਿਆਦਾ ਭੁੱਖ ਲੱਗੀ ਹੋਵੇ ਨਾ ਤਾਂ ਬੰਦੇ ਨੂੰ ਕੋਈ ਵੀ ਗੱਲ ਨਹੀਂ ਸੁਝਦੀ। ਭੁੱਖਾ ਮਨੁੱਖ ਤਾਂ ਹਰ ਇੱਕ ਚੀਜ਼ ਦੇ ਵਿੱਚੋਂ ਪ੍ਰਸਾਦਾ ਵੇਖਦਾ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ, ਕਹਿੰਦੇ ਇੱਕ ਛੋਟਾ ਬੱਚਾ ਸੀ, ਕਈ ਦਿਨ ਤੋਂ ਰੋਟੀ ਨਹੀਂ ਸੀ ਖਾਧੀ, ਅਤੇ ਮਾਂ ਕਿਸੇ ਢੰਗ ਦੇ ਨਾਲ ਬੱਚੇ ਨੂੰ ਸਮਝਾਉਣਾ ਚਾਹ ਰਹੀ ਸੀ, ਕਿਉਂਕਿ ਉਹਨਾਂ ਦੇ ਘਰ ਪ੍ਰਸਾਦੇ ਦਾ ਪ੍ਰਬੰਧ ਨਹੀਂ ਸੀ ਅਤੇ ਧਨ ਪਦਾਰਥ ਨਹੀਂ ਸੀ। ਅਤੇ ਉਹ ਕਹਿ ਰਹੀ ਸੀ ਦੇਖ ਬੇਟਾ, ਬੱਚਾ ਬਾਰ-ਬਾਰ ਕਹੀ ਜਾ ਰਿਹਾ ਸੀ ਮਾਂ ਰੋਟੀ ਭੁੱਖ ਲੱਗੀ ਹੈ। ਉਹ ਸੋਚੇ ਵੀ ਕਿਸੇ ਢੰਗ ਦੇ ਨਾਲ ਇਹ ਭੁੱਲ ਜਾਏ ਰੋਟੀ ਨੂੰ। ਉਹ ਕਹਿੰਦੀ ਦੇਖ ਰਾਤ ਹੋ ਗਈ, ਸਵੇਰ ਤੇ ਸ਼ਾਮ ਤੱਕ ਕਿਸੇ ਨਾ ਕਿਸੇ ਢੰਗ ਦੇ ਨਾਲ ਕਹਿੰਦੀ ਰਹੀ ਬੇਟਾ ਦੇਖ ਫਲਾਣੀ ਚੀਜ਼ ਵੇਖ, ਉਹ ਵੇਖ। ਜਦੋਂ ਰਾਤ ਹੋਈ ਤੇ ਉੱਪਰ ਕਹਿੰਦੀ ਹੈ ਦੇਖ ਚੰਦਾ ਮਾਮਾ। ਕਹਿੰਦੇ ਮਾਤਾ ਰੋਟੀ ਵਰਗਾ ਹੈ, ਗੋਲ ਸੀ ਨਾ ਚੰਦਮਾ, ਅਤੇ ਉਹ ਕਹਿੰਦੀ ਦੇਖ ਚੰਦਾ ਮਾਮਾ, ਕਹਿੰਦੇ ਇਹ ਰੋਟੀ ਵਰਗਾ। ਉਹਨੂੰ ਉਸਦੇ ਵਿੱਚੋਂ ਵੀ ਰੋਟੀ ਨਜ਼ਰ ਆ ਰਹੀ ਹੈ, ਕਿਉਂਕਿ ਭੁੱਖ ਲੱਗੀ ਹੋਈ ਹੈ। ਇਸ ਕਰਕੇ ਗੁਰਬਾਣੀ ਇਹ ਵਿਚਾਰ ਸਾਨੂੰ ਸਮਝਾ ਰਹੀ ਹੈ ਕਿ ਅੰਨ ਛੱਡਣ ਦੇ ਨਾਲ ਪਰਮਾਤਮਾ ਦੀ ਬੰਦਗੀ ਨਹੀਂ ਹੋ ਸਕਦੀ, ਵਰਤ ਰੱਖਣ ਦੇ ਨਾਲ ਪ੍ਰਭੂ ਖੁਸ਼ ਨਹੀਂ ਹੋ ਸਕਦਾ। ਇਸ ਕਰਕੇ ਜੇ ਰੱਬ ਨੂੰ ਖੁਸ਼ ਕਰਨਾ ਹੈ ਤਾਂ ਇਸ ਅਨਾਜ ਨੂੰ ਚੰਗੀ ਤਰ੍ਹਾਂ ਖਾ ਕੇ, ਸੋਹਣਾ ਪਦਾਰਥ ਰੱਬ ਨੇ ਬਣਾਇਆ ਭਗਤ ਜੀ ਕਹਿੰਦੇ ਨੇ, ਅਤੇ ਇਸ ਪਦਾਰਥ ਨੂੰ ਖਾ ਕੇ, ਅੰਨ ਨੂੰ ਖਾ ਕੇ, ਸਿਮਰਨ ਕਰਕੇ ਸਾਡਾ ਮਨ ਪਰਮਾਤਮਾ ਨਾਲ ਜੁੜ ਸਕਦਾ। ਇਸ ਕਰਕੇ ਅੰਨ ਛਕ ਕੇ ਆਪਣੇ ਜੀਵਨ ਦੇ ਵਿੱਚੋਂ ਨਾਮ ਸਿਮਰਨ ਕਰਕੇ ਆਪਣੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜੀਏ, ਅਤੇ ਇਸ ਅੰਨ ਨੂੰ ਨਿੰਦੀਏ ਨਾ, ਜਿਸ ਅੰਨ ਨੂੰ ਭੰਡੀਏ ਨਾ, ਸਗੋਂ ਇਹ ਅੰਨ ਤਾਂ ਸਾਡੀ ਜ਼ਿੰਦਗੀ ਦਾ ਆਧਾਰ ਹੈ। ਇਸ ਤੋਂ ਬਿਨਾਂ ਸਾਡਾ ਚੰਗਾ ਕਾਲ ਜਿਹੜਾ, ਚੰਗਾ ਸਮਾਂ ਜਿਹੜਾ ਉਹ ਨਹੀਂ ਲੰਘ ਸਕਦਾ। ਸੋ ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।